हे सूरज सिर चक, हे सवेरे हनेरे नू तोड़। ऊंची आवाज नाल नवे दिन नू खोल के नवी सवेर दी तैयारी करो। सूरज उगंदा पूरब, शानदार सवेर दा देश उम्मीद दी रोशनी नाल सवेर नू खोलदा है। पूरब दा देश धरती दा बन्ना जिथे तड़का शुरू हुंदा है, उथे दी पवित्र शहर चर्च ऑफ गॉड अंगड़ाई लेके जाग रहा है। बुंदांग यरूशलेम मंदिर चिट्टे कोड़े वांग जो जीवन दा हरा पानी पींदे हुए तड़के दी उडीक करदा है। बुंदांग चर्च ऑफ गॉड यरूशलेम मंदिर जिवें पुराने इजराइल दा यरूशलेम इतिहास विच आशीषित जमीन तो जानिया जांदा है, उसे तरह जो भविष्यवाणी कीती हुई स्वर्गीय यरूशलेम दी उडीक करदे हन, उन्हां लई इह शांति निवास बनदा है। दूर दूर देश तो उडे आउंदे प्यारे भरावां अते भैणां लई संभालिया होया यूरोपी शैली दा भवन बाइबल सिੱਖਣ ਲਈ सारे संसार तो कोरिया विच आए। विदेशी मैंबरां लई इत्थे माता जी दियां गरम बाहां वर्गा है। चर्च ऑफ गॉड दी महासभा दफ्तर बुंदांग दे केंद्र विच स्थित चर्च ऑफ गॉड दी महासभा संसार नूं चमकाउण लई दीपक दे रूप विच ਉੱਚਾ खड़ा है। इत्थे चर्च ऑफ गॉड दी केंद्री जगह विच अज भी खुशखबरी दा सरगर्मी संपादन लगातार तड़क रहा है। पूरे खेतरां विच 400 चर्चां दी साफ अते सोहनी बाहरी दिखावट इस नूं देखण वालियां नूं आकर्षित करदी है। इत्थे दे मैंबर समाज दी भलाई करदे हन अते गुआंढियां लई चंगे नमूने बनदे हन। नेकीपूਰਨ व्यवहार नाल गुआंढियां दे आनंद ते सोग नूं इकट्ठे वंडदे हन।
ਸਾਰਿਆਂ ਦੇਸ਼ਾਂ ਦੀ ਮਾਤ ਭਾਸ਼ਾ ਇੱਕ ਸੋਹਣਾ ਗੀਤ ਹੈ। ਚਰਚ ਆਫ ਗॉड ਸੰਗੀਤ ਵਿਭਾਗ ਨਵੇਂ ਗੀਤਾਂ ਨੂੰ ਪੇਸ਼ ਕਰਦਾ ਹੈ। ਮਸੀਹਾ ਆਰਕੈਸਟਰਾ ਸੁੰਦਰਤਾ ਨਾਲ ਭਰਪੂਰ ਗਰਮਜੋਸ਼ੀ ਨਾਲ ਪ੍ਰਦਾਨ ਕਰਦਾ ਹੈ। ਨਵੇਂ ਗੀਤ ਨਾਲ ਇੱਕ ਹੋਣ ਦੇ ਸ਼ਾਨਦਾਰ ਪਲ ਵੀਡੀਓਜ਼ ਵਿੱਚ ਪਾ ਦਿੱਤੇ ਜਾਂਦੇ ਹਨ ਅਤੇ ਦੁਨੀਆ ਦੇ ਹਰ ਇੱਕ ਚਰਚ ਆਫ ਗॉड ਵਿੱਚ ਫੈਲਾਏ ਜਾਂਦੇ ਹਨ। ਚਰਚ ਆਫ ਗॉड ਮਲਟੀਮੀਡੀਆ ਵਿਭਾਗ ਨੇ ਰਿਲੇ ਪ੍ਰਸਾਰਣ ਗੱਡੀ ਦਾ ਇਸਤੇਮਾਲ ਕਰਦੇ ਹੋਏ ਇੱਕ ਹੀ ਸਮੇਂ ਵਿੱਚ ਪ੍ਰਸਾਰਣ ਕਰਨ ਵਾਲੀ ਵਿਧੀ ਨੂੰ ਮਜ਼ਬੂਤ ਕੀਤਾ ਹੈ ਅਤੇ ਖੁਦ ਫਿਲਮ ਸੰਪਾਦਨ ਕਰਦੇ ਹੋਏ ਵੱਖ-ਵੱਖ ਫਿਲਮਾਂ ਨੂੰ ਪੇਸ਼ ਕਰਦਾ ਹੈ। ਪ੍ਰਕਾਸ਼ਨ ਵਿਭਾਗ ਸਾਰੇ ਪ੍ਰਕਾਸ਼ਨਾਂ ਨੂੰ 40 ਤੋਂ ਜ਼ਿਆਦਾ ਭਾਸ਼ਾਵਾਂ ਵਿੱਚ ਅਨੁਵਾਦਿਤ ਅਤੇ ਪ੍ਰਕਾਸ਼ਿਤ ਕਰਦਾ ਹੈ ਤਾਂ ਜੋ ਐਲੋਹਿਮ ਪਰਮੇਸ਼ਵਰ ਦੇ ਪਿਆਰ ਨੂੰ ਪੂਰੀ ਦੁਨੀਆ ਵਿੱਚ ਫੈਲਾ ਸਕਣ। ਪ੍ਰਤਾਪੀ ਪਿਤਾ ਦੇ ਸਰੂਪ ਵਾਂਗ ਸਿਖਲਾਈ ਜਗ੍ਹਾ ਵਿੱਚ ਸਾਰੇ ਜਾਜਕਾਂ ਨੂੰ ਸਿੱਖਿਅਤ ਕੀਤਾ ਜਾਂਦਾ ਹੈ। ਉਹ ਹਮੇਸ਼ਾ ਸਵੈ ਨਿਰੀਖਣ ਵਿਵਹਾਰ ਬਣਾਏ ਰੱਖਦੇ ਹੋਏ ਬਾਈਬਲ ਦਾ ਅਧਿਐਨ ਕਰਦੇ ਹਨ। 4 ਸਾਲ ਦੇ ਸਿੱਖਿਆ ਪਾਠ్యਕ੍ਰਮ ਵਿੱਚ ਪੜ੍ਹ ਕੇ ਲਗਭਗ 400 ਜਾਜਕ ਹਰ ਸਾਲ ਵਿਸ਼ਵ ਦੀ ਹਰੇਕ ਜਗ੍ਹਾ ਵਿੱਚ ਭੇਜੇ ਜਾਂਦੇ ਹਨ। ਇਹ ਗੈਰ ਸਰਕਾਰੀ ਡਿਪਲੋਮੈਟ ਨੂੰ ਵਿਕਸਿਤ ਕਰਨ ਵਾਲਾ ਅੰਤਰਰਾਸ਼ਟਰੀ ਸੰਗਠਨ ਹੈ। ਜਨੀਸਨ ਟ੍ਰੇਨਿੰਗ ਇੰਸਟੀਚਿਊਟ ਵਿਖੇ ਜੋ ਪਿਤਾ ਦੀ ਸ਼ਾਨਦਾਰ ਆਤਮਾ ਦੀ ਪਾਲਣਾ ਕਰਦਾ ਹੈ, ਖੁਸ਼ਖਬਰੀ ਦਾ ਸਾਹ ਉੱਥੇ ਪੂਰੀ ਤਰ੍ਹਾਂ ਵਸਦਾ ਹੈ ਅਤੇ ਮੁੱਖ ਦਫ਼ਤਰ ਦੇ ਨੇੜੇ ਸਥਿਤ ਡੋਂਗਬੈਂਗ ਟ੍ਰੇਨਿੰਗ ਇੰਸਟੀਚਿਊਟ ਵਿਦੇਸ਼ੀ ਮੈਂਬਰਾਂ ਲਈ ਅਤੇ ਰਾਜਧਾਨੀ ਖੇਤਰ ਦੇ ਮੈਂਬਰਾਂ ਲਈ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਲੈਂਦਾ ਹੈ। ਸਾਫ਼ ਪਹਾੜੀ ਤੇ ਸਾਫ਼ ਜਲ ਦੀ ਜਗ੍ਹਾ ਜੋ ਅੰਡੇ ਨੂੰ ਗੋਦ ਵਿੱਚ ਰੱਖਦਾ ਹੈ, ਉਹ ਉਕਾਬ ਖੰਭ ਵਰਗਾ ਪਹਾੜ ਦੇ ਅੰਦਰ ਆਰਾਮ ਨਾਲ ਬੈਠਾ ਯੰਗਡੋਂਗ ਐਲੋਹਿਮ ਸੰਸਥਾਨ ਜਿਵੇਂ ਮਾਤਾ ਸੰਤਾਨ ਨੂੰ ਗੋਦ ਵਿੱਚ ਰੱਖਦੀ ਹੈ, ਉਸੇ ਰੂਪ ਦੇ ਸੰਸਥਾਨ ਨਾਲ ਨਵੇਂ ਪੈਦਾ ਹੋਏ ਬੱਚੇ ਦੇ ਸ਼ਾਂਤੀਪੂਰਨ ਅਤੇ ਪਿਆਰ ਨਾਲ ਭਰਪੂਰ ਭਾਵ ਪੈਦਾ ਕੀਤੇ ਜਾਂਦੇ ਹਨ। ਨਿਰਵਿਘਨ ਪਹਾੜ ਦੇ ਸਿਖਰ ਤੋਂ ਚਰਚ ਦੇ ਮੈਂਬਰ ਨਿਮਰ ਸੁਭਾਅ ਵਧਾਉਂਦੇ ਹਨ ਅਤੇ ਸਾਫ਼ ਜਲ ਦੇ ਸਿਧਾਂਤ ਨੂੰ ਸਿੱਖ ਕੇ ਸ਼ੁੱਧ ਸੁਭਾਅ ਰੱਖਦੇ ਹਨ। ਚਰਚ ਦੇ ਮੈਂਬਰ ਆਲੇ ਦੁਆਲੇ ਦੇ ਗੁਆਂਢੀਆਂ ਨੂੰ ਸਮਾਰੋਹ ਤੇ ਸੱਦਾ ਦੇ ਕੇ ਨੱਚ ਗਾ ਕੇ ਖੁਸ਼ੀ ਦਿੰਦੇ ਹਨ। ਅਜਿਹੀ ਮਿਹਰਬਾਨੀ ਸੰਸਥਾਨ ਨੂੰ ਹੋਰ ਸੋਹਣੇ ਰੰਗਾਂ ਵਿੱਚ ਰੰਗਦੀ ਹੈ ਅਤੇ ਇਸ ਦੇ ਨਾਲ-ਨਾਲ ਪਾਦਰੀਆਂ ਨੂੰ ਸਿਖਾਉਣ ਲਈ ਇਹ ਉਪਯੋਗੀ ਸੰਸਥਾਨ ਹੈ। ਇਸ ਤਰ੍ਹਾਂ ਇਹ ਆਪਣੇ ਕੰਮ ਨੂੰ ਪੂਰਾ ਕਰ ਰਿਹਾ ਹੈ। ਓਕਸ਼ਨ ਗੋ ਐਂਡ ਕਮ ਸੰਸਥਾਨ ਵਿੱਚ ਜੋ ਵਧੀਆ ਸ਼ਹਿਰ ਓਕਸ਼ਨ ਵਿੱਚ ਸਥਿਤ ਹੈ, 15,000 ਤੋਂ ਜ਼ਿਆਦਾ ਸੰਖਿਆ ਦਾ ਮਹਾਨ ਮੇਲਾ ਲਗਾਇਆ ਜਾ ਸਕਦਾ ਹੈ ਅਤੇ ਇਹ ਕੋਰੀਆ ਵਿੱਚ ਸਭ ਤੋਂ ਸ਼ਾਨਦਾਰ ਸਾਧਨ ਦਾ ਸੰਸਥਾਨ ਹੈ। ਹੁਣ ਵੀ ਉਸ ਦੀ ਪ੍ਰਸਿੱਧੀ ਕੋਰੀਆ ਵਿੱਚ ਬਹੁਤ ਜ਼ਿਆਦਾ ਹੋਈ ਹੈ, ਪਰ ਇਹ ਸੰਸਾਰ ਵਿੱਚ ਪ੍ਰਸਿੱਧ ਸਥਾਨ ਬਣ ਜਾਵੇਗਾ ਜਿਸ ਤੋਂ ਚਰਚ ਆਫ ਗॉड ਪੂਰੇ ਸੰਸਾਰ ਵੱਲ ਫੈਲ ਜਾਵੇਗਾ। ਅਮਰੀਕਾ ਸਮੇਤ ਪੱਛਮੀ ਦੇਸ਼ਾਂ ਵਿੱਚ ਈਸਾਈ ਧਰਮ ਹਰ ਦਿਨ ਪਿੱਛੇ ਜਾ ਰਿਹਾ ਹੈ, ਪਰ ਇਸ ਦੀ ਤੁਲਨਾ ਵਿੱਚ ਚਰਚ ਆਫ ਗॉड ਵਿੱਚ ਮੈਂਬਰ ਬਾਈਬਲ ਪੜ੍ਹਨ ਲਈ ਵੱਧ ਰਹੇ ਹਨ। ਖੁਸ਼ਖਬਰੀ ਜੋ ਪਹਿਲਾਂ ਐਲਏ ਚਰਚ ਤੋਂ ਸ਼ੁਰੂ ਹੋਈ, ਸਿਰਫ ਕੁਝ ਹੀ ਸਾਲਾਂ ਦੇ ਅੰਦਰ ਪੂਰੇ ਅਮਰੀਕਾ ਵਿੱਚ ਫੈਲ ਗਈ। ਹੁਣ ਅਮਰੀਕਾ ਸਮਾਜ ਚਰਚ ਆਫ ਗॉड ਅੰਦਰ ਇੱਕ ਹੋ ਰਿਹਾ ਹੈ।
ਅਫਰੀਕਾ ਦੇ ਉੱਤਰੀ ਖੇਤਰ ਤੋਂ ਸ਼ੁਰੂ ਕਰਕੇ ਤੇਜ਼ੀ ਨਾਲ ਦੱਖਣ ਖੇਤਰ ਤੱਕ ਪਲ ਰਹੀ ਖੁਸ਼ਖਬਰੀ ਦੀ ਮਸ਼ਾਲ। ਇਨ੍ਹਾਂ ਹੈਰਾਨੀਜਨਕ ਚਮਤਕਾਰ ਅਤੇ ਉਤਸ਼ਾਹੀ ਖੁਸ਼ਖਬਰੀ ਦਾ ਜੋਸ਼ ਹਰ ਏਸ਼ੀਆ, ਅਫਰੀਕਾ, ਯੂਰਪ ਅਤੇ ਓਸ਼ੀਨੀਆ ਤੱਕ ਤੇਜ਼ੀ ਨਾਲ ਫੈਲ ਗਿਆ ਹੈ। ਵਿਦੇਸ਼ੀ ਮੈਂਬਰ ਚਮਕਦੀ ਹੋਈ ਮੁਸਕਰਾਹਟ ਨਾਲ ਨਵੇਂ ਨੇਮ ਦੀ ਸੱਚਾਈ ਨਾਲ ਮਿਲੇ ਆਨੰਦ ਨੂੰ ਨਿੱਘੇ ਦਿਲ ਨਾਲ ਪ੍ਰਗਟ ਕਰ ਰਹੇ ਹਨ। ਉਹ ਕੋਰੀਆ ਨਬੀਆਂ ਤੋਂ ਬਾਈਬਲ ਪੜ੍ਹ ਕੇ ਆਤਮਿਕ ਮਾਤਾ ਜੀ ਦੇ ਨਾਲ ਮੁਲਾਕਾਤ ਕਰਨ ਅਤੇ ਨਵੇਂ ਨੇਮ ਦੀ ਖੁਸ਼ਖਬਰੀ ਦੀ ਪਵਿੱਤਰ ਜਗ੍ਹਾ ਨੂੰ ਦੇਖਣ ਲਈ ਕੋਰੀਆ ਵਿੱਚ ਉੱਡੇ ਚਲੇ ਆਉਂਦੇ ਹਨ।
ਸਾਲ 2001 ਵਿੱਚ ਆਰੰਭ ਕਰਕੇ ਹਰੇਕ ਸਾਲ ਵਿਦੇਸ਼ੀ ਮੈਂਬਰ ਜੋ ਕੋਰੀਆ ਵਿੱਚ ਮੁਲਾਕਾਤ ਕਰਦੇ ਹਨ, ਉਹਨਾਂ ਦੀ ਸੰਖਿਆ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ। ਮਾਤਾ ਜੀ ਦੀਆਂ ਬਾਹਾਂ ਵਿੱਚ ਆਉਂਦੇ ਹੀ ਪਾਲਕਾਂ ਵਾਂਗ ਵਿਦੇਸ਼ੀ ਮੈਂਬਰ ਬੋਲਦੇ ਹਨ ਕਿ ਸੰਸਾਰ ਵਿੱਚ ਉਹਨਾਂ ਦੀ ਸਭ ਤੋਂ ਵੱਡੀ ਇੱਛਾ ਕੋਰੀਆ ਵਿੱਚ ਜਾਣ ਦੀ ਹੈ। ਇਸ ਤਰ੍ਹਾਂ ਵਿਦੇਸ਼ੀ ਮੈਂਬਰਾਂ ਲਈ ਕੋਰੀਆ ਸੱਚਮੁੱਚ ਅਭਿਲਾਸ਼ੀ ਦੇਸ਼ ਹੈ ਅਤੇ ਮਾਤਾ ਜੀ ਦਾ ਦੇਸ਼ ਹੈ, ਜਿਸ ਨੂੰ ਦੇਖਣ ਲਈ ਉਹ ਬਹੁਤ ਚਾਹਵਾਨ ਰਹਿੰਦੇ ਹਨ। ਉਹ ਅਜਿਹੀ ਉਮੀਦ ਰੱਖਦੇ ਹਨ ਕਿ ਮਾਤਾ ਜੀ ਦੇ ਦੇਸ਼ ਕੋਰੀਆ ਵਿੱਚ ਜੋ ਕੁਝ ਵੀ ਚੀਜ਼ਾਂ ਹਨ, ਉਹਨਾਂ ਦਾ ਪਾਲਣ ਅਤੇ ਅਨੁਭਵ ਕਰ ਲੈਣ। ਭਵਿੱਖ ਵਿੱਚ ਕੋਰੀਆ ਅਤੇ ਚਰਚ ਆਫ ਗੋਡ ਦੀ ਜੋਤੀ ਸਾਰੇ ਵਿਸ਼ਵ ਵਿੱਚ ਫੈਲ ਜਾਵੇਗੀ। ਕੋਰੀਆ ਭਵਿੱਖਬਾਣੀ ਦੀ ਧਰਤੀ ਹੈ ਜਿੱਥੇ ਸਵਰਗੀ ਮਾਤਾ ਨਿਵਾਸ ਕਰਦੇ ਹਨ। ਇਸ ਲਈ ਮੈਂ ਕੋਰੀਆ ਵਿੱਚ ਉਹ ਜੀਵਨ ਦਾ ਜਲ ਲੈਣ ਲਈ ਆਇਆ ਹਾਂ ਜੋ ਸਾਨੂੰ ਸਿਰਫ ਮਾਤਾ ਪਰਮੇਸ਼ਵਰ ਤੋਂ ਮਿਲ ਸਕਦਾ ਹੈ। ਮੈਂ ਬਹੁਤ ਸਾਰੀਆਂ ਗੱਲਾਂ ਦਾ ਅਹਿਸਾਸ ਕਰਨ ਅਤੇ ਫਰਾਂਸ ਅਤੇ ਯੂਰਪ ਵਿੱਚ ਜੋ ਆਤਮਿਕ ਪਿਆਸ ਨਾਲ ਪੀੜਿਤ ਹਨ, ਪਰਮੇਸ਼ਵਰ ਦੇ ਵਚਨਾਂ ਦਾ ਪ੍ਰਚਾਰ ਕਰਨ ਕੋਰੀਆ ਆਇਆ ਹਾਂ। ਮੈਂ ਹਮੇਸ਼ਾ ਸੋਚਦਾ ਸੀ ਕਿ ਵਿਗਿਆਨ ਅਤੇ ਬਾਈਬਲ ਵਿੱਚ ਵਿਰੋਧਾਭਾਸ ਹੈ। ਮੈਂ ਵਿਸ਼ਵਾਸ ਨਹੀਂ ਕਰਦਾ ਸੀ ਕਿ ਵਿਗਿਆਨ, ਜਿਸ ਦਾ ਮੈਂ ਬਹੁਤ ਵਫਾਦਾਰੀ ਨਾਲ ਅਧਿਐਨ ਕੀਤਾ, ਬਾਈਬਲ ਵਿੱਚ ਨਹੀਂ ਹੈ ਅਤੇ ਉਸ ਨਾਲ ਮੇਲ ਨਹੀਂ ਖਾਂਦਾ। ਪਰ ਜਦੋਂ ਮੈਂ ਚਰਚ ਆਫ ਗੋਡ ਵਿੱਚ ਆਇਆ ਤਦ ਜਾਣਿਆ ਕਿ ਪੂਰੀ ਬਾਈਬਲ ਭਵਿੱਖਬਾਣੀਆਂ ਨਾਲ ਭਰੀ ਹੈ ਅਤੇ ਉਹ ਸਾਰੀਆਂ ਭਵਿੱਖਬਾਣੀਆਂ 100% ਪੂਰੀਆਂ ਹੋ ਗਈਆਂ ਹਨ। ਮੈਂ ਉਹਨਾਂ ਚੀਜ਼ਾਂ ਨੂੰ ਦੇਖਿਆ ਕਿ ਬਾਈਬਲ ਮਨੁੱਖਾਂ ਦੇ ਦੁਆਰਾ ਕਦੇ ਨਹੀਂ ਲਿਖੀ ਜਾ ਸਕਦੀ, ਪਰ ਸਿਰਫ ਪਰਮੇਸ਼ਵਰ ਨੇ ਇਸ ਨੂੰ ਲਿਖਿਆ। ਬਾਈਬਲ ਸੱਚ ਹੈ, ਬਾਈਬਲ ਬਿਲਕੁਲ ਸਹੀ ਹੈ। ਇਸ ਲਈ ਮੈਨੂੰ ਚਰਚ ਆਫ ਗੋਡ ਦੇ ਮੈਂਬਰ ਹੋਣ ਤੇ ਮਾਣ ਹੈ ਅਤੇ ਬਾਈਬਲ ਦੀ ਸੱਚਾਈ ਜਾਣਨ ਲਈ ਮੈਂ ਬਹੁਤ ਉਤਸ਼ਾਹਿਤ ਅਤੇ ਖੁਸ਼ ਹਾਂ। ਸੱਚਮੁੱਚ ਸਾਡੀ ਸਵਰਗੀ ਮਾਤਾ ਜੀ ਸਰਵ ਸ਼ਕਤੀਮਾਨ ਪਰਮੇਸ਼ਵਰ ਹਨ। ਮੈਂ ਆਪਣੀਆਂ ਅੱਖਾਂ ਨਾਲ ਸਵਰਗੀ ਮਾਤਾ ਜੀ ਦੀ ਮਹਿਮਾ ਨੂੰ ਦੇਖਿਆ ਹੈ। ਇਹ ਕਾਰਨ ਹੈ ਕਿ ਮੈਂ ਚਰਚ ਆਫ ਗੋਡ ਨੂੰ ਕਦੇ ਵੀ ਨਹੀਂ ਛੱਡ ਸਕਦਾ, ਕਿਉਂਕਿ ਉੱਥੇ ਮਾਤਾ ਪਰਮੇਸ਼ਰ ਹਨ। ਮੈਂ ਬਚਪਨ ਤੋਂ ਚਾਹੁੰਦਾ ਸੀ ਕਿ ਮਾਤਾ ਪਰਮੇਸ਼ਰ ਹੋਣ ਅਤੇ ਸਿਰਫ ਇਹੀ ਚਰਚ ਸਾਡੀ ਸਵਰਗੀ ਮਾਤਾ ਜੀ ਦੀ ਡੂੰਘੀ ਸੱਚਾਈ ਸਿਖਾਉਂਦਾ ਹੈ। Antes de estar en el Evangelio, ciertamente yo antes tenía otro carácter, tenía otras costumbres, otros pensamientos. Ahora, ya siendo hijo de Dios, ya que nos refinamos en Sion, definitivamente hay cambio drástico en nuestra persona, en nuestra personalidad, en nuestro carácter. Eso es bastante notorio en las personas porque se sorprenden cómo puede haber tanto cambio en una persona. ਉਤਾਹਾਂ ਦੀ ਯਰੂਸ਼ਲਮ ਸਾਡੀ ਮਾਤਾ ਹੈ। ਮੈਂ ਬਾਈਬਲ ਦੀਆਂ ਸਾਰੀਆਂ ਭਵਿੱਖਬਾਣੀਆਂ ਅਤੇ ਮਾਤਾ ਜੀ ਉੱਤੇ ਵਿਸ਼ਵਾਸ ਕਰਦੀ ਹਾਂ ਅਤੇ ਮੈਂ ਜਾਣਦੀ ਹਾਂ ਕਿ ਮਾਤਾ ਪਰਮੇਸ਼ਵਰ ਹੈ। ਮੇਰੇ ਖਿਆਲ ਨਾਲ ਇਸ ਤਰ੍ਹਾਂ ਦਾ ਕੋਈ ਸ਼ਬਦ ਨਹੀਂ ਹੈ ਜਿਹੜਾ ਮਾਤਾ ਦੀ ਕਿਰਪਾ ਦਾ ਵਰਣਨ ਕਰ ਸਕਦਾ ਹੈ। ਜਦ ਮੈਂ ਕੋਰੀਆ ਆਇਆ ਅਤੇ ਸਵਰਗੀ ਮਾਤਾ ਜੀ ਨੂੰ ਮਿਲਿਆ, ਉਦੋਂ ਸੱਚਮੁੱਚ ਮੈਨੂੰ ਉਸ ਪਿਆਰ ਦਾ ਜੋ ਮਾਤਾ ਜੀ ਹਰ ਇੱਕ ਨੂੰ ਦਿੰਦੇ ਹਨ ਅਹਿਸਾਸ ਹੋ ਸਕਿਆ। ਇਸ ਮੁਲਾਕਾਤ ਦੇ ਦੌਰਾਨ ਮੈਂ ਮਹਿਸੂਸ ਕੀਤਾ ਕਿ ਮਾਤਾ ਪਰਮੇਸ਼ਰ ਸਾਡੇ ਪਰਮੇਸ਼ਰ ਹਨ ਅਤੇ ਉਹਨਾਂ ਨੇ ਸਾਨੂੰ ਚੁਣ ਲਿਆ ਹੈ। ਮੈਂ ਸੋਚਦਾ ਹਾਂ ਕਿ ਅਸੀਂ ਸਾਰੇ ਇੱਕ ਸੰਪੂਰਨ ਪਰਿਵਾਰ ਦਾ ਹਿੱਸਾ ਹਾਂ, ਜਿੱਥੇ ਸਾਡੇ ਕੋਲ ਇੱਕ ਪਿਤਾ ਜੀ ਅਤੇ ਮਾਤਾ ਜੀ ਹਨ ਅਤੇ ਚਰਚ ਆਫ ਗੋਡ ਨੂੰ ਖਾਸ ਬਣਾਉਂਦਾ ਹੈ। ਚਰਚ ਆਫ ਗੋਡ ਜਿੰਦਾ ਹੈ। ਮੈਂ ਯੂਨਾਈਟਿਡ ਕਿੰਗਡਮ ਦੀ ਕਲੀਸਿਆ ਅਤੇ ਕੈਥੋਲਿਕ ਕਲੀਸਿਆ ਵਿੱਚ 50 ਸਾਲ ਗੁਜ਼ਾਰੇ ਅਤੇ ਮੈਨੂੰ ਉਸ ਕਲੀਸਿਆ ਵਿੱਚ ਕਦੇ ਨਹੀਂ ਮਹਿਸੂਸ ਹੋਇਆ ਜਿੱਥੇ ਮੈਂ ਜਾਂਦਾ ਸੀ, ਭਾਵੇਂ ਉਹ ਕੈਥੋਲਿਕ ਹੋਵੇ ਜਾਂ ਇੰਗਲੈਂਡ ਦੀ ਕਲੀਸਿਆ। ਇਸ ਤਰ੍ਹਾਂ ਦਾ ਅਹਿਸਾਸ ਅਤੇ ਪਿਆਰ ਨਹੀਂ ਹੈ ਜੋ ਮੈਂ ਚਰਚ ਆਫ ਗੋਡ ਸਿਓਨ ਵਿੱਚ ਮਹਿਸੂਸ ਕਰਦਾ ਹਾਂ। ਮੈਂ ਸਵਰਗੀ ਪਿਤਾ ਜੀ ਅਤੇ ਮਾਤਾ ਜੀ ਨੂੰ ਬਹੁਤ ਧੰਨਵਾਦ ਦਿੰਦਾ ਹਾਂ ਕਿ ਉਹਨਾਂ ਨੇ ਮੈਨੂੰ ਕੋਰੀਆ ਵਿੱਚ ਆਉਣ ਅਤੇ ਇਹਨਾਂ ਅੰਤਿਮ ਦਿਨਾਂ ਵਿੱਚ ਮੈਨੂੰ ਨਬੀ ਬਣਨ ਦੀ ਆਸ਼ੀਸ਼ ਦਿੱਤੀ।
Depois de toda essa bênção, depois de todo esse alimento espiritual que tenho estado a tomar aqui na Coreia, ao voltar a Angola, eu quero dedicar simplesmente a minha vida para o Evangelho. ਸਾਡੀ ਸਵਰਗੀ ਮਾਤਾ ਜੀ ਦੇ ਮਹਾਨ ਪਿਆਰ ਅਤੇ ਬਲੀਦਾਨ ਦਾ ਬਦਲਾ ਦੇਣ ਵਾਲਾ ਕੋਈ ਨਹੀਂ ਹੋਵੇਗਾ, ਪਰ ਘੱਟੋ ਘੱਟ ਇੱਕ ਗੱਲ ਜੋ ਮੈਂ ਕਰ ਸਕਦਾ ਹਾਂ ਉਹ ਇਹ ਹੈ ਕਿ ਇਸ ਸੰਸਾਰ ਵਿੱਚ ਉਹਨਾਂ ਦੀ ਮਹਿਮਾ ਅਤੇ ਪ੍ਰਸ਼ੰਸਾ ਕਰਨ ਲਈ ਮੈਂ ਆਪਣੇ ਪੂਰੇ ਦਿਲ ਤੋਂ ਕੋਸ਼ਿਸ਼ ਕਰਾਂਗਾ। ਅੱਜ ਦਾ ਚਰਚ ਆਫ ਗੋਡ ਇੰਨਾ ਵਿਕਸਿਤ ਹੋਣ ਵਿੱਚ ਮਾਤਾ ਜੀ ਦੀ ਸਿੱਖਿਆ ਇੱਕ ਮਹੱਤਵਪੂਰਨ ਪ੍ਰੇਰਕ ਸ਼ਕਤੀ ਬਣਦੀ ਹੈ। ਮਾਤਾ ਜੀ ਦੀ ਸਿੱਖਿਆ ਸਾਰੇ ਮੈਂਬਰਾਂ ਦੇ ਦਿਲਾਂ ਵਿੱਚ ਡੂੰਘਾਈ ਨਾਲ ਲਿਖੀ ਗਈ ਹੈ। ਇਹ ਚਰਚ ਨੂੰ ਸੋਹਣਾ ਬਣਾਏ ਰੱਖਦੀ ਹੈ ਅਤੇ ਇਹ ਇੱਕ ਭੋਜਨ ਹੈ ਜੋ ਆਤਮਾ ਨੂੰ ਮਜ਼ਬੂਤ ਕਰਦਾ ਹੈ। ਲੋਕਾਂ ਦਾ ਸੁਭਾਅ ਹੁੰਦਾ ਹੈ ਜੋ ਦੇਸ਼ ਦੀਆਂ ਛੋਟੀਆਂ ਤੇ ਵੱਡੀਆਂ ਘਟਨਾਵਾਂ ਨੂੰ ਅਣਦੇਖਾ ਨਹੀਂ ਕਰਦਾ। ਉਹ ਚਰਚ ਆਫ ਗੋਡ ਦੇ ਮੈਂਬਰ ਹਨ ਜਿਨ੍ਹਾਂ ਨੇ ਵਿਦੇਸ਼ੀ ਮੈਂਬਰਾਂ ਨੂੰ ਅਤੇ ਸੰਸਾਰ ਨੂੰ ਉਤਸ਼ਾਹਿਤ ਕੀਤਾ ਹੈ। ਮਾਤਾ ਜੀ ਨੇ ਸਿਖਾਇਆ ਹੈ ਕਿ ਆਪਣੇ ਹੀ ਵਾਂਗ ਗੁਆਂਢੀਆਂ ਦਾ ਖਿਆਲ ਰੱਖੋ ਅਤੇ ਪਿਆਰ ਭਰੀਆਂ ਅੱਖਾਂ ਨਾਲ ਸੰਸਾਰ ਵੇਖੋ। ਚਰਚ ਆਫ ਗੋਡ ਦੇ ਮੈਂਬਰ ਮਾਤਾ ਜੀ ਦੇ ਪਿਆਰ ਨੂੰ ਮਨ ਵਿੱਚ ਰੱਖ ਕੇ ਸੀਨੀਅਰ ਨਾਗਰਿਕ ਦਾ ਆਦਰ ਕਰਦੇ ਹਨ, ਗੁਆਂਢੀਆਂ ਨੂੰ ਪਿਆਰ ਕਰਦੇ ਹਨ ਅਤੇ ਵਾਤਾਵਰਣ ਦੀ ਰੱਖਿਆ ਉੱਤੇ ਧਿਆਨ ਦਿੰਦੇ ਹੋਏ ਸੰਸਾਰ ਵਿੱਚ ਜੋਤੀ ਅਤੇ ਨਮਕ ਦੀ ਭੂਮਿਕਾ ਅਦਾ ਕਰ ਰਹੇ ਹਨ। Necesitamos más voluntarios. Y ustedes son un buen ejemplo. Y gracias por responder como una iglesia bien organizada, con una linda misión. Muchas gracias. ਮਾਤਾ ਜੀ ਦੇ ਕੰਮ ਦੇ ਅਨੁਸਾਰ ਜੋ ਹਮੇਸ਼ਾ ਸਾਰੀ ਸੇਵਾ ਦਾ ਆਦਰਸ਼ ਬਣਦੇ ਹਨ, ਪਿਛਲੇ ਸਮੇਂ ਚਰਚ ਆਫ ਗੋਡ ਦੇ ਮੈਂਬਰ ਸਿਰਫ ਸ਼ਬਦਾਂ ਤੋਂ ਨਹੀਂ ਪਰ ਫਲਦਾਇਕ ਕੰਮ ਕਰਦੇ ਹੋਏ ਪਰਮੇਸ਼ਵਰ ਦੇ ਪਿਆਰ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕੋਸ਼ਿਸ਼ ਕਰਦੇ ਆਏ ਹਨ। Heavenly Mother, you are a great inspiration to so many people around the world. It is because of your gift to so many that we have in our city of Christchurch this group of people who have a strong faith both in what you've taught them but in the values that we as a society hold dear as well. That the greatest strength of all, the greatest gift that we can give is love to one another, and that you have inspired this
is a great gift to give to us as well. And I thank you. If all the young people in the world were like these Church of God volunteers, we'd have no problems. Thank you. And then in the interest of time, I'd like to move on to the World Mission Society. The Church of God believes in God the Father and God the Mother in the Bible and keeps the new covenant truth established by Jesus Christ. All these Church of God humanitarian activities originated from the heart of Mother. For this reason, the Church of God would like to continue to support the surf and looks forward to working with other entities of the UN in the future to help all those in need. 유엔이 가장 이제 칠레나 또 하이티나 또 아프가니스탄이나 이런 데 많이 돕는 걸 이제 지금 봤기 때문에 그래서 이제 한국에서도 유엔에 이제 좀 기증을 하자. I was very moved by your presence here and the message you have and really the goodwill of all the members of the church in working together for making this world a better place. How do you think? 감사합니다. ਥੱਕੇ ਹੋਏ ਮਨ ਵਿੱਚ ਆਰਾਮ ਪ੍ਰਦਾਨ ਕਰਨ ਵਾਲੇ ਇੱਕ ਰੁੱਖ ਦੀ ਤਰ੍ਹਾਂ ਚੁੱਪਚਾਪ ਦੇਗੂ ਮੈਟਰੋ ਦੇ ਧਮਾਕੇ ਨਾਲ ਦੁਖੀ ਪਰਿਵਾਰਾਂ ਨਾਲ ਰਹਿੰਦੇ ਹੋਏ ਸੇਵਾ ਕੀਤੀ ਸੀ। ਅਤੇ 2002 ਵਿੱਚ ਬੁਸਾਨ ਏਸ਼ੀਅਨ ਗੇਮਸ ਵਿੱਚ ਅਤੇ ਅਪਾਹਜ ਗੇਮਸ ਵਿੱਚ ਸਹਿਯੋਗ ਦੇਣ ਦੀ ਸੇਵਾ। ਸਾਲ 2003 ਦੇ ਦੇਗੂ ਯੂਨੀਵਰਸਿਆਡ ਗੇਮਸ ਵਿੱਚ ਸਹਿਯੋਗ ਦੇਣ ਦੀ ਸੇਵਾ ਕਰਦੇ ਹੋਏ ਚਰਚ ਆਫ ਗੋਡ ਦੇ ਮੈਂਬਰ ਸਮਾਜ ਵਿੱਚ ਇਕੱਠੇ ਪਿਆਰ ਵੰਡਣ ਲਈ ਅਤੇ ਸੰਸਾਰ ਨੂੰ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਕੋਸ਼ਿਸ਼ ਕਰਦੇ ਆਏ ਹਨ। 하나님 교회 특히 그런 스포터죠. 그 역할이 가장 두드러졌고 이거야말로 만약 세계 스포츠사의 새로운 장을 만드는 문화를 바꾸는 그런 참 현장이다. 세계가 대구 스포츠에 박수를 보내고 있어요. 정말 감사하고 자랑스럽습니다. That it was just like an Olympic Games. I don't see that much cheering and that much spectator excitement except in Korea. We are very grateful to your support. We will not forget Korea. We will not forget Church of God, and we will not forget Pura supporters. So we are grateful to you. Thank you very much. 우리 하나님 교회
많이 서포터들이 오셔가지고 대한민국 국민들의 품격이 한 단계 올라가고 광주 유니버시아드 대회가 더욱 빛나게 된 것 같습니다. Behind me is the cheering fans from Korea. It's really nice to have them here. It's also very unusual. Normally we don't have that many fans in water polo, so it's really nice to have all these fans cheering actually for all the countries. It's really nice. Thank you very much. I was getting every day more impressed about the support all the teams are getting here. And it's really, I'm at a lot of our World Cups, of course, and what I see here is very unique, and I'm very happy to see that, because the supporters here, they support all the teams, not only Team Korea. ਚਰਚ ਆਫ ਗੋਡ ਦੇ ਇਸ ਤਰ੍ਹਾਂ ਦਾ ਹੈਰਾਨੀਜਨਕ ਵਿਕਾਸ ਸਿਰਫ 50 ਸਾਲ ਦੇ ਅੰਦਰ ਵਿੱਚ ਹੋਇਆ ਹੈ। ਚਰਚ ਆਫ ਗੋਡ ਪਰਮੇਸ਼ਵਰ ਦੀ ਭਵਿੱਖਬਾਣੀ ਦੇ ਅਨੁਸਾਰ ਧਰਤੀ ਦੇ ਬੰਨੇ ਤੀਕਰ ਪੂਰਬ ਦੇ ਦੇਸ਼ ਕੋਰੀਆ ਤੋਂ ਸ਼ੁਰੂ ਹੋਇਆ। 1948 ਵਿੱਚ ਮਸੀਹ ਆਨ ਸੰਗ ਹੋਂਗ ਜੀ ਨੇ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ। ਵੰਡਰਫੁਲ ਕੋਰੀਆ, ਵੰਡਰਫੁਲ ਚਰਚ ਆਫ ਗੋਡ। ਸੰਸਾਰ ਦੀ ਪੁਕਾਰ ਅਤੇ ਜੈ ਜੈਕਾਰ ਨੇ ਚਰਚ ਆਫ ਗੋਡ ਵੱਲ ਅਭਿਲਾਸ਼ਾ ਰੱਖੀ ਹੈ। ਕੋਰੀਆ ਖੁਸ਼ਖਬਰੀ ਦਾ ਨਵਾਂ ਮੂਲ ਬਿੰਦੂ ਅਤੇ ਪਵਿੱਤਰ ਭੂਮੀ ਬਣ ਗਿਆ ਹੈ। ਹੁਣ ਲੋਕ ਚਰਚ ਆਫ ਗੋਡ ਨੂੰ ਲੱਭਦੇ ਹੋਏ ਕਿਸ ਵੱਲ ਜਾ ਰਹੇ ਹਨ? हे सूरज सिर चक, हे सवेरे हनेरे नू तोड़। ऊंची आवाज नाल नवे दिन नू खोल के नवी सवेर दी तैयारी करो। सूरज उगंदा पूरब, शानदार सवेर दा देश, जिथे तड़का शुरू हुंदा है उथे दी पवित्र शहर चर्च ऑफ गॉड संसार नू प्रकाश देन लई अंगड़ाई लेके जाग रहा है।